ਮੇਰਾ ਨਾਮ ਗਗਨਦੀਪ ਸਿੰਘ ਹੈ। ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਧਨੇਠਾ ਪਟਿਆਲਾ ਵਿਖੇ ਰਿਟੇਲ ਸਬਜੈਕਟ ਪੜ੍ਹਾ ਰਿਹਾ ਹਾਂ। ਅੱਜ ਦਾ ਜੋ ਮੇਰਾ ਵੀਡੀਓ ਲੈਕਚਰ ਹੈ ਉਹ 11ਵੀਂ ਕਲਾਸ ਦੇ ਲਈ ਹੈ। ਇਸ ਦੇ ਵਿੱਚ ਆਪਾਂ ਯੂਨਿਟ ਨੰਬਰ 4 ਉਸ ਦਾ ਸੈਸ਼ਨ ਨੰਬਰ 2 ਪੜ੍ਹਾਂਗੇ। ਟੈਕਨੀਕਸ ਟੂ ਐਨਕਰੇਜ ਕਸਟਮਰਸ ਟੂ ਬਾਏ ਪ੍ਰੋਡਕਟਸ। ਵੱਖ-ਵੱਖ ਉਹ ਤਰੀਕੇ ਜਿਨ੍ਹਾਂ ਨਾਲ ਗ੍ਰਾਹਕ ਨੂੰ ਵੱਧ ਤੋਂ ਵੱਧ ਪ੍ਰੋਡਕਟਸ ਖਰੀਦਣ ਲਈ ਐਨਕਰੇਜ ਕੀਤਾ ਜਾਂਦਾ ਹੈ। ਜੋ ਕਸਟਮਰ ਮੋਟੀਵੇਸ਼ਨ ਹੈ ਇਹ ਉਹ ਤਰੀਕਾ ਹੈ ਜਿਸ ਨਾਲ ਇੱਕ ਗ੍ਰਾਹਕ ਨੂੰ ਪ੍ਰੋਡਕਟਸ ਖਰੀਦਣ ਅਤੇ ਉਹਦੀ ਜਾਣਕਾਰੀ ਪ੍ਰਾਪਤ ਕਰਕੇ ਵੱਧ ਤੋਂ ਵੱਧ ਉਸ ਸਿਚੁਏਸ਼ਨ 'ਚ ਲਿਆਇਆ ਜਾਂਦਾ ਹੈ ਕਿ ਉਹ ਪ੍ਰੋਡਕਟਸ ਦੀ ਖਰੀਦਦਾਰੀ ਕਰੇ। ਜੋ ਮੋਟੀਵੇਸ਼ਨ ਹੈ ਉਹ ਪਰਸਨ ਟੂ ਪਰਸਨ ਇਸ ਦਾ ਜੋ ਲੈਵਲ ਹੈ ਉਹ ਅਲੱਗ-ਅਲੱਗ ਹੈ। ਹੋ ਸਕਦਾ ਹੈ ਕਿਸੇ ਇੱਕ ਇਨਸਾਨ ਦੇ ਵਿੱਚ ਇਹ ਐਫਰਟਸ ਜੋ ਮੋਟੀਵੇਸ਼ਨ ਕਰਨ ਲਈ ਕਰਦੇ ਹੈ ਉਹ ਵੱਖਰੇ ਹੋਣ ਦੂਸਰੇ ਨਾਲੋਂ। ਔਰ ਸਭ ਤੋਂ ਵੱਡੀ ਗੱਲ ਹੈ ਇੱਕ ਰੀਟੇਲਰ ਜਿਸ ਨੇ ਪ੍ਰੋਡਕਟਸ ਨੂੰ ਸੇਲ ਕਰਨਾ ਹੈ ਉਸਨੇ ਸਭ ਤੋਂ ਪਹਿਲਾਂ ਕਸਟਮਰਸ ਦੀ ਜੋ ਫੀਲਿੰਗਸ ਹੈ, ਉਸ ਦੇ ਵਿਚਾਰ ਨੇ, ਉਸ ਦੇ ਵਿਸ਼ਵਾਸ ਨੇ, ਉਹਨਾਂ ਦਾ ਖਾਸ ਗੱਲੋਂ ਧਿਆਨ ਰੱਖਣਾ ਹੈ, ਉਸਨੂੰ ਜਾਣਨਾ ਹੈ। ਵੇਜ਼ ਟੂ ਮੋਟੀਵੇਟ ਕਸਟਮਰਸ ਟੂ ਬਾਏ। ਤਰੀਕੇ ਜਿਨ੍ਹਾਂ ਨਾਲ ਇੱਕ ਕਸਟਮਰ ਨੂੰ ਮੋਟੀਵੇਟ ਕੀਤਾ ਜਾਂਦਾ ਹੈ। ਇਹ ਕੁਝ ਤਰੀਕੇ ਨੇ ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਪਹਿਲਾ ਹੈ ਪ੍ਰਮੋਟ ਪੋਜ਼ਿਟਿਵਲੀ। ਆਪਣੇ ਪ੍ਰੋਡਕਟਸ ਨੂੰ, ਆਪਣੀ ਸਰਵਿਸਿਜ਼ ਨੂੰ ਕਸਟਮਰ ਤੱਕ ਪ੍ਰਮੋਟ ਕਰਨਾ ਹੈ ਬਹੁਤ ਹੀ ਪੋਜ਼ਿਟਿਵਲੀ ਤਰੀਕੇ ਨਾਲ, ਕਿਉਂਕਿ ਜੋ ਪੋਜ਼ਿਟਿਵਿਟੀ ਹੈ ਉਸ ਦੇ ਵਿੱਚ ਐਬਿਲਿਟੀ ਹੈ ਇੰਸਪਾਇਰ ਕਰਨ ਦੀ, ਮੋਟੀਵੇਟ ਕਰਨ ਦੀ, ਪਰਸੂਏਟ ਕਰਨ ਦੀ, ਕਸਟਮਰ ਨੂੰ ਮਨਾਉਣ ਦੀ। ਠੀਕ ਹੈ ਜੀ। ਜੋ ਸੈਕਿੰਡ ਤਰੀਕਾ ਹੈ ਇਨਫੋਰਮ ਦੀ ਕਸਟਮਰ। ਕਸਟਮਰਸ ਨੂੰ ਇਨਫੋਰਮ ਕਰਦੇ ਰਹੋ। ਤੁਸੀਂ ਜਦੋਂ ਵੀ ਕਿਸੇ ਕਸਟਮਰਸ ਨੂੰ, ਤੁਹਾਡਾ ਜਾਂ ਸੇਲਸ ਐਸੋਸੀਏਟ ਕਸਟਮਰਸ ਨੂੰ ਕੋਈ ਵੀ ਚੀਜ਼ ਸੇਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਕਸਟਮਰਸ ਨੂੰ ਉਸ ਪ੍ਰੋਡਕਟ ਜਾਂ ਸਰਵਿਸਿਜ਼ ਵੱਲੋਂ ਹੋਣ ਵਾਲੇ ਬੈਨੀਫਿਟਸ ਬਾਰੇ ਇਨਫੋਰਮੇਸ਼ਨ ਦਿਓ। ਉਸ ਤੋਂ ਬਾਅਦ ਆ ਜਾਂਦਾ ਹੈ ਆਫਰ ਟੈਸਟਰਸ। ਕੋਈ ਵੀ ਪ੍ਰੋਡਕਟ ਕਸਟਮਰਸ ਨੂੰ ਸੇਲ ਕਰਨ ਤੋਂ ਪਹਿਲਾਂ ਉਹ ਪ੍ਰੋਡਕਟ ਕਸਟਮਰ ਨੂੰ ਟੈਸਟ ਕਰਨ ਲਈ ਦਿਓ, ਉਸ ਨੂੰ ਡੈਮੋ ਦਿਓ ਤਾਂ ਕਿ ਕਸਟਮਰ ਖੁਦ ਉਸ ਪ੍ਰੋਡਕਟ ਦੀ ਵਰਤੋਂ ਕਰਕੇ ਉਸ ਪ੍ਰੋਡਕਟ ਦੀ ਜਾਣਕਾਰੀ ਹਾਸਲ ਕਰੇ। ਐਨਕਰੇਜ ਬ੍ਰਾਂਡ ਲਾਇਲਟੀ। ਇਸ ਦਾ ਮਤਲਬ ਇਹ ਹੈ ਕਸਟਮਰਸ ਨੂੰ ਆਫਰਸ, ਇਨਸੈਂਟਿਵਸ ਦਿੰਦੇ ਰਹੋ ਤਾਂ ਕਿ ਉਹ ਕਸਟਮਰ ਦੁਬਾਰਾ ਤੋਂ ਆਪਣੇ ਤੋਂ ਪ੍ਰੋਡਕਟਸ ਪਰਚੇਜ਼ ਕਰਦਾ ਰਹੇ। ਫੋਰ ਐਗਜ਼ਾਮਪਲ ਕੁਝ ਕੱਪੜੇ ਦੇ ਬ੍ਰਾਂਡਸ ਨੇ, ਗਾਰਮੈਂਟਸ ਦੇ ਬ੍ਰਾਂਡਸ ਨੇ। ਕੋਈ ਕਸਟਮਰ 5000 ਦੀ ਸ਼ਾਪਿੰਗ ਕਰਕੇ ਚਲਾ ਜਾਂਦਾ ਹੈ ਉੱਥੋਂ, ਤਾਂ ਬਿਲਿੰਗ ਟਾਈਮ ਉਸ ਕਸਟਮਰ ਨੂੰ ਉਹ ਸਟੋਰ ਜੋ ਗਾਰਮੈਂਟ ਸਟੋਰ ਹੈ 2000 ਦੇ ਕੂਪਨਸ ਨਾਲ ਦੇ ਦਿੰਦਾ ਹੈ ਬਿੱਲ ਦੇ ਨਾਲ। ਔਰ ਉਸ ਕੂਪਨਸ ਦੀ ਸ਼ਰਤ ਇਹ ਹੈ ਵੀ ਉਹ ਕਸਟਮਰ ਅਗਰ ਨੈਕਸਟ ਟਾਈਮ ਉਸ ਸਟੋਰ ਦੇ ਵਿੱਚ ਇੱਕ ਟਾਈਮ ਪੀਰੀਅਡ ਦੇ ਵਿੱਚ, ਫੋਰ ਐਗਜ਼ਾਮਪਲ ਉਹਨਾਂ ਨੇ ਉਸ ਕੂਪਨਸ ਦੀ ਜੋ ਵੈਲਿਡਿਟੀ ਹੈ ਉਹ 6 ਮੰਥ ਦੀ ਦਿੱਤੀ ਹੈ। ਅਗਰ 6 ਮਹੀਨਿਆਂ ਦੇ ਅੰਦਰ ਅੰਦਰ ਉਹ ਕਸਟਮਰ ਰਿਪੀਟਿਡਲੀ ਦੁਬਾਰਾ ਤੋਂ ਉਸ ਸ਼ੋਰੂਮ ਦੇ ਵਿੱਚ ਖਰੀਦਦਾਰੀ ਕਰਨ ਆਏਗਾ ਤਾਂ ਉਸ ਦੀ ਖਰੀਦਦਾਰੀ ਦੇ ਬਿੱਲ ਦੇ ਵਿੱਚੋਂ ਉਸ ਕੂਪਨ ਰਾਹੀਂ 2000 ਜੋ ਡਿਸਕਾਊਂਟ ਹੈ ਉਹ ਉਸਨੂੰ ਮਿਲ ਜਾਏਗਾ। ਇਸ ਨਾਲ ਕੀ ਹੁੰਦਾ ਹੈ, ਕਸਟਮਰ ਨੂੰ ਉਸ ਕੂਪਨਸ, ਇਨਸੈਂਟਿਵਸ ਨੂੰ ਦੁਬਾਰਾ ਵਰਤਣ ਦੀ ਜਿਗਿਆਸਾ ਪੈਦਾ ਹੁੰਦੀ ਹੈ ਔਰ ਉਹ ਜਲਦੀ ਤੋਂ ਜਲਦੀ ਜੋ ਪਰਚੇਜ਼ਿੰਗ ਮਾਈਂਡ ਹੈ ਉਹ ਬਣਾਉਂਦਾ ਹੈ। ਟੂ ਕਮਿਊਨੀਕੇਟ ਅ ਕੰਸਿਸਟੈਂਟ ਮੈਸੇਜ। ਜੋ ਕਮਿਊਨੀਕੇਸ਼ਨ ਹੈ ਸਭ ਤੋਂ ਇੰਪੋਰਟੈਂਟ ਰੋਲ ਹੈ ਇਸਦਾ ਮੋਟੀਵੇਟ ਕਰਨ ਦਾ ਕਸਟਮਰ ਨੂੰ। ਸੋ ਇਸ ਤਰ੍ਹਾਂ ਦੇ ਮੈਸੇਜਿਸ ਡਿਵੈਲਪ ਕਰੋ, ਇਸ ਤਰ੍ਹਾਂ ਦੇ ਆਫਰਸ, ਬੈਨਰਸ ਕਮਿਊਨੀਕੇਸ਼ਨ ਰਾਹੀਂ ਸਪਰੈਡ ਕਰੋ ਤਾਂ ਕਿ ਵੱਧ ਤੋਂ ਵੱਧ ਕਸਟਮਰਸ ਤੱਕ ਇਹ ਜਾਣਕਾਰੀ ਪਹੁੰਚ ਸਕੇ। ਟੂ ਇੰਪਰੂਵ ਬ੍ਰਾਂਡ ਇਮੇਜ। ਕਸਟਮਰਸ ਨੂੰ ਬ੍ਰਾਂਡ ਦੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ। ਸੋ ਵੱਧ ਤੋਂ ਵੱਧ
जो ब्रांड है अगर अवेयर होएगा कस्टमर ਤਾਂ ਨੈਚੁਰਲੀ ਹੈ ਉਸਦੀ ਜੋ ਡਿਸੀਜ਼ਨ ਲੈਣ ਦੀ ਜੋ ਇੱਛਾ ਹੈ ਉਹ ਇਨਫਲੂਐਂਸ ਜ਼ਰੂਰ ਹੋਏਗੀ। ਔਰ ਕਸਟਮਰਸ ਦਾ ਕਿਸੇ ਖਾਸ ਬ੍ਰਾਂਡ ਨਾਲ ਕੀ ਰਿਲੇਸ਼ਨ ਹੈ ਇਹ ਵੀ ਮੈਟਰ ਕਰਦਾ ਹੈ ਉਸਦੇ ਡਿਸੀਜ਼ਨ ਲੈਣ ਦੇ ਵਿੱਚ। ਸੋ ਬ੍ਰਾਂਡ ਇਮੇਜ ਨੂੰ ਹਮੇਸ਼ਾ ਇੰਪਰੂਵ ਕਰਦੇ ਰਹੋ। ਉਸ ਤੋਂ ਬਾਅਦ ਆ ਜਾਂਦਾ ਹੈ ਕਸਟਮਰ ਸਰਵਿਸ ਪੋਲਿਸੀਜ਼। ਕਸਟਮਰ ਸਰਵਿਸ ਲਈ ਵੱਖ-ਵੱਖ ਕੰਪਨੀ ਨੇ ਕੁਛ ਪੋਲਿਸੀਜ਼ ਬਣਾਈਆਂ ਗਈਆਂ ਨੇ ਜੋ ਕਿ ਰਿਟਨ ਡਾਕੂਮੈਂਟਸ ਹੁੰਦੇ ਨੇ। ਇਹਨਾਂ ਦਾ ਮੇਨ ਮਕਸਦ ਕੀ ਹੈ, ਕਸਟਮਰਸ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ ਜੋ ਡਿਸਸੈਟਿਸਫਾਈਡ ਨੇ, ਜੋ ਕੰਪਨੀਜ਼ ਦੇ ਪ੍ਰੋਡਕਟ ਐਂਡ ਸਰਵਿਸਿਜ਼ ਤੋਂ ਸੈਟਿਸਫਾਈਡ ਨਹੀਂ ਨੇ। ਐਮਪਲੋਇਜ਼ ਕਸਟਮਰ ਨਾਲ ਕਿਸ ਤਰ੍ਹਾਂ ਬਿਹੇਵ ਕਰਨ। ਇਸ ਤੋਂ ਇਲਾਵਾ ਕੁਝ ਓਬਜੈਕਟਿਵਸ ਨੇ, ਕਸਟਮਰਸ ਦਾ ਜੋ ਫੀਡਬੈਕ ਮਿਲਦਾ ਹੈ, ਕਸਟਮਰ ਵੈਲਿਊਜ਼ ਨੇ, ਉਸ ਨੂੰ ਸਮਝਣ ਲਈ। ਪੋਲਿਸੀਜ਼ ਫॉर ਗਿਵਿੰਗ ਇਨਫੋਰਮੇਸ਼ਨ ਟੂ ਕਸਟਮਰਸ। ਕਸਟਮਰਸ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਕੁਝ ਪੋਲਿਸੀਜ਼ ਬਣਾਈਆਂ ਗਈਆਂ ਨੇ। ਇਸ ਦਾ ਮੇਨ ਮਕਸਦ ਇਹੀ ਹੈ ਕਿ ਵੱਧ ਤੋਂ ਵੱਧ ਕਸਟਮਰ ਜੋ ਸੈਟਿਸਫਾਈਡ ਹੋ ਸਕੇ ਉਹਨਾਂ ਦੀ ਸਰਵਿਸਿਜ਼ ਨਾਲੋਂ। ਜਿਵੇਂ ਕਸਟਮਰ ਨਾਲ ਬੜੇ ਹੀ ਪੋਲਾਈਟ ਵੇ ਨਾਲ ਗੱਲ ਕਰਨੀ ਹੈ, ਕਸਟਮਰ ਦੀ ਵੈਲਿਊਜ਼, ਉਸਦੇ ਕਲਚਰ ਦੀ ਰਿਸਪੈਕਟ ਕਰਨੀ ਹੈ, ਕਸਟਮਰਸ ਨੂੰ ਬਹੁਤ ਧਿਆਨ ਨਾਲ ਸੁਣਨਾ ਹੈ ਔਰ ਅਟੈਂਸ਼ਨ ਦੇਣੀ ਹੈ। ਕਸਟਮਰ ਦੁਆਰਾ ਦਿੱਤੀ ਗਈ ਜੋ ਜਾਣਕਾਰੀ ਹੈ ਉਸ ਨੂੰ ਕੌਨਫੀਡੈਂਸ ਰੱਖਣਾ ਹੈ, ਕੌਨਫੀਡੈਂਸ਼ੀਅਲ ਰੱਖਣਾ ਹੈ। ਇਸ ਤੋਂ ਇਲਾਵਾ ਕੰਪਨੀਜ਼ ਨੂੰ ਜੋ ਰਿਪਰੈਜ਼ੈਂਟੇਟਿਵ ਕਸਟਮਰ ਨਾਲ ਗੱਲ ਕਰਦਾ ਹੈ ਉਹ ਆਪਣਾ ਨਾਮ ਔਰ ਜੋ ਉਸਦੀ ਡੈਜ਼ਿਗਨੇਸ਼ਨ ਹੈ ਉਹ ਪ੍ਰੋਪਰ ਤਰੀਕੇ ਨਾਲ ਕਸਟਮਰ ਨਾਲ ਸ਼ੇਅਰ ਕਰੇ। ਇਸ ਤਰ੍ਹਾਂ ਦੇ ਕੁਝ ਜੋ ਇਨਫੋਰਮੇਸ਼ਨ ਹੈ ਉਹ ਕਸਟਮਰ ਨਾਲ ਡੀਲ ਕਰਕੇ ਉਹ ਵਧੀਆ ਸੁਧਾਰ ਕਰ ਸਕਦਾ ਹੈ। ਕੁਝ ਸਟੈਪਸ ਨੇ ਕਸਟਮਰ ਹੈਂਡਲਿੰਗ ਦੇ। ਸਟੈਪਸ ਫॉर ਕਸਟਮਰ ਹੈਂਡਲਿੰਗ। ਵੈਨ ਕਸਟਮਰ ਕੰਪਲੇਂਟਸ ਸੇਲਸ ਐਸੋਸੀਏਟ। ਅਗਰ ਕਸਟਮਰ ਸੇਲਸ ਐਸੋਸੀਏਟ ਨੂੰ ਕੰਪਲੇਂਟ ਕਰਦਾ ਹੈ ਤਾਂ ਇਸ ਨੂੰ ਬੜੇ ਹੀ ਸੀਰੀਅਸ ਢੰਗ ਨਾਲ ਲੈਣਾ ਹੈ, ਇਸ ਨੂੰ ਆਮ ਨਹੀਂ ਲੈਣਾ। ਅਗਰ ਕੋਈ ਐਮਪਲੋਏ ਕੰਪਲੇਂਟ ਕਰਦਾ ਹੈ ਤਾਂ ਉਸ ਨੂੰ ਸਟੋਰ ਮੈਨੇਜਰ ਹੀ ਹੈਂਡਲ ਕਰੇਗਾ। ਕੰਪਲੇਂਟਸ ਦਾ ਰਿਟਨ ਡਾਕੂਮੈਂਟ ਹੋਏਗਾ। ਜੋ ਕੰਪਲੇਂਟ ਹੈ ਉਸਦੀ ਡਾਕੂਮੈਂਟੇਸ਼ਨ ਹੋਏਗੀ। ਜੋ ਐਕਸ਼ਨਸ ਹੈ ਉਹ ਸੇਲਸ ਐਸੋਸੀਏਟ ਜਾਂ ਸਟੋਰ ਮੈਨੇਜਰ ਦੁਆਰਾ ਲਏ ਜਾਣੇ ਚਾਹੀਦਾ ਹੈ। ਅਗਰ ਕੰਪਲੇਂਟ ਰਿਜ਼ੋਲਵ ਨਾ ਹੋ ਸਕੇ ਸਟੋਰ ਲੈਵਲ 'ਤੇ ਤਾਂ ਉਸ ਨੂੰ ਹੈੱਡ ਆਫਿਸ ਫਾਰਵਰਡ ਕਰ ਦੇਣਾ ਚਾਹੀਦਾ ਹੈ। ਕੁਝ ਰੈਗੂਲਰ ਕੰਪਲੇਂਟਸ ਆਉਂਦੀਆਂ ਨੇ, ਉਹਨਾਂ ਲਈ ਕੋਈ ਐਕਸ਼ਨ ਪਲਾਨ ਤਿਆਰ ਕਰਨਾ ਚਾਹੀਦਾ ਹੈ ਔਰ ਸਮੇਂ-ਸਮੇਂ 'ਤੇ ਈਵੈਲੂਏਸ਼ਨ ਕਰਨੀ ਬਹੁਤ ਜ਼ਰੂਰੀ ਹੈ। ਟੈਕਨੀਕਸ ਟੂ ਐਨਕਰੇਜ ਕਸਟਮਰ ਲਾਇਲਟੀ। ਕਸਟਮਰਸ ਨੂੰ ਹਮੇਸ਼ਾ ਇਨਫੋਰਮਡ ਕਰਦੇ ਰਹੋ। ਸੈਂਡ ਹੈਂਡ ਰਿਟਨ ਨੋਟਸ। ਹਮੇਸ਼ਾ ਕਸਟਮਰਸ ਨਾਲ ਗੱਲ ਵੀ ਕਰਦੇ ਰਹੋ। ਰਿਮੈਂਬਰ ਇੰਪੋਰਟੈਂਟ ਓਕੇਸ਼ਨਸ। ਕਸਟਮਰਸ ਦੇ ਕੁਝ ਖਾਸ ਓਕੇਸ਼ਨਸ ਨੇ, ਜਿਵੇਂ ਕਿ ਕਸਟਮਰ ਦਾ ਜੋ ਬਰਥਡੇ ਹੈ ਉਸ ਨੂੰ ਉਸਦੇ ਬਰਥਡੇ ਵਾਲੇ ਦਿਨ ਵਿਸ਼ ਜ਼ਰੂਰ ਭੇਜੋ, SMS ਥਰੂ ਭੇਜੋ। ਇਸ ਤੋਂ ਇਲਾਵਾ ਕੁਝ ਸਪੈਸ਼ਲ ਓਕੇਸ਼ਨਸ 'ਤੇ ਉਹਨਾਂ ਨੂੰ ਗ੍ਰੀਟਿੰਗਸ ਦਿਓ। ਦੀਵਾਲੀ ਜਾਂ ਇਸ ਤਰ੍ਹਾਂ ਦੇ ਕੋਈ ਕਾਫੀ ਫੈਸਟੀਵਲਸ ਨੇ, ਸਮੇਂ-ਸਮੇਂ 'ਤੇ ਉਹਨਾਂ ਨੂੰ ਬਾਏ ਟੈਕਸਟ, ਬਾਏ ਇਲੈਕਟ੍ਰੋਨਿਕ ਮੀਡੀਆ, ਬਾਏ ਮੇਲ ਉਹਨਾਂ ਨੂੰ ਕਮਿਊਨੀਕੇਟ ਕਰਕੇ ਵਿਸ਼ੇਸ ਜ਼ਰੂਰ ਭੇਜੋ। ਸੋ ਇਸ ਲੈਸਨ ਦੇ ਵਿੱਚ ਆਪਾਂ ਕੁਝ ਟੌਪਿਕਸ ਪੜ੍ਹੇ। ਥੈਂਕ ਯੂ।